ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਬੱਚਿਓ, ਅੱਜ ਦਾ ਦਿਨ ਪਾਕਮਾ ਕਲੀਸਿਆ ਇੱਕ ਖਾਸ ਦਿਨ ਮਨਾਉਂਦੀ ਹੈ। ਜਿਸ ਤਰ੍ਹਾਂ ਇੰਡੀਪੈਂਡੈਂਸ ਡੇ ਜਦੋਂ ਅਸੀਂ ਮਨਾਉਂਦੇ ਹੈ ਜਾਂ ਰਿਪਬਲਿਕ ਡੇ ਮਨਾਉਂਦੇ ਹੈ, ਅਸੀਂ ਦੇਖਦੇ ਹਾਂ ਟੀਵੀ ਦੇ ਵਿੱਚ, ਅਸੀਂ ਬਹੁਤ ਵਾਰ ਦੇਖਿਆ ਹੈ, ਸਾਡੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜੋ ਵੀ ਹੈ ਉਹ ਸ਼ਹੀਦ ਸਮਾਗਮ ਵਿੱਚ ਜਾ ਕੇ ਜੋ ਉਹਨਾਂ ਦੇ ਲਈ ਜੋ ਸਮਾਰਕ ਬਣਾਇਆ ਹੈ ਉੱਥੇ ਜਾ ਕੇ ਫੂਲ ਮਾਲਾ ਚੜਾਉਂਦੇ ਹੈ। ਔਰ ਇਹ ਸਮਾਰਕ ਇਸ ਲਈ ਬਣਾਇਆ ਹੈ ਤਾਂ ਕਿ ਜਿਹੜੇ ਫੌਜੀਆਂ ਨੇ ਜੋ ਮੁਲਕ ਦੇ ਲਈ ਜੇ ਕੁਰਬਾਨੀ ਕੀਤੀ ਹੈ ਉਹਨਾਂ ਦੇ ਆਦਰ ਦੇ ਵਿੱਚ ਹੈ। ਇਸੇ ਤਰ੍ਹਾਂ ਕਲੀਸਿਆ ਦੇ ਵਿੱਚ ਵੀ ਇੱਕ ਦਿਨ ਇਸ ਤਰ੍ਹਾਂ ਮੁਕਰਰ ਕੀਤੀ ਗਈ ਹੈ। ਉਹ ਕਲੀਸਿਆ ਦੇ ਸਭ ਤੋਂ ਪਹਿਲੇ ਜੋ ਸ਼ਹੀਦ ਬਣਿਆ ਹੈ ਉਹਨਾਂ ਦੇ ਲਈ ਹੈ। ਉਹਨਾਂ ਦੇ ਆਦਰ ਦੇ ਵਿੱਚ ਅੱਜ ਦਾ ਦਿਨ ਹੈ। ਅੰਗਰੇਜ਼ੀ ਦੇ ਵਿੱਚ ਅੱਜ ਦਾ ਦਿਨ ਨੂੰ ਪ੍ਰੋਟੋ ਮਾਰਟਿਰਸ ਡੇ ਕਹਿੰਦੇ ਹੈ, ਯਾਨੀ ਸ਼ਹੀਦਾਂ ਜਿਹੜੇ ਪਹਿਲੇ ਜੋ ਸ਼ਹੀਦ ਬਣਿਆ ਹੈ। ਬਹੁਤ ਸਾਰੇ ਸ਼ਹੀਦਾਂ ਨੂੰ ਅਸੀਂ ਜਾਣਦੇ ਹਾਂ, ਜਿਸ ਤਰ੍ਹਾਂ ਸੰਤ ਸਟੀਫਨ ਦੇ ਨਾਮ ਅਸੀਂ ਜਾਣਦੇ ਹਾਂ, ਇਗਨੇਸ਼ੀਅਸ ਆਫ ਐਂਟੀਓਕ ਅਸੀਂ ਜਾਣਦੇ ਹਾਂ। ਇਸੇ ਤਰ੍ਹਾਂ ਬਹੁਤ ਸਾਰੇ ਸ਼ਹੀਦਾਂ, ਕਲੀਸਿਆ ਦੇ ਪਹਿਲੇ ਸ਼ਹੀਦਾਂ ਨੂੰ ਅਸੀਂ ਜਾਣਦੇ ਹਾਂ। ਬਹੁਤ ਸਾਰਿਆਂ ਨੂੰ ਅਸੀਂ ਨਾਮ ਦੇ ਨਾਲ ਅਸੀਂ ਜਾਣਦੇ ਨਹੀਂ ਹੈ। ਉਹਨਾਂ ਦੇ ਆਦਰ ਦੇ ਵਿੱਚ ਅੱਜ ਹੈ। ਇਹ ਕਿਸ ਤਰ੍ਹਾਂ ਹੋ ਗਿਆ ਹੈ? ਪ੍ਰਭੂ ਯਿਸੂ ਦੇ ਮਰਨੇ ਕੇ ਬਾਅਦ ਕਈ 30 ਸਾਲ ਦੇ ਬਾਅਦ ਇੱਕ ਰੋਮ ਦਾ ਸ਼ਹਿਨਸ਼ਾਹ, ਉਹਦਾ ਨਾਮ ਹੈ ਨੇਰੋ, ਪੰਜਾਬੀ ਦੇ ਵਿੱਚ ਤਰਜਮਾ ਹੈ ਕਾਲਾ ਹੈ ਉਹਦਾ ਨਾਮ ਨੇਰੋ। ਉਸਨੇ ਉਸੇ ਨੂੰ ਸਾਰੇ ਰੋਮ ਦੇ ਲੋਕ ਸਾਰੇ ਦੇਵਤਾ ਮੰਨ ਕੇ ਉਹਦੀ ਪੂਜਾ ਕਰਦੇ ਸਨ, ਮਗਰ ਈਸਾਈ ਲੋਕ ਨਹੀਂ ਕਰਦੇ ਸਨ। ਇਸ ਲਈ ਉਹ ਬਹੁਤ ਗੁੱਸਾ ਦੇ ਵਿੱਚ ਆ ਗਿਆ ਹੈ। ਇੱਕ ਦਿਨ ਉਸਨੇ ਐਸਾ ਇੱਕ ਵਿਉਂਤ ਬਣਾਇਆ ਕਿ ਬਹੁਤ ਸਾਰੇ ਈਸਾਈਆਂ ਦੇ ਜੋ ਕਤਲ ਕਰਵਾਇਆ ਹੈ, ਕਿ ਉਸਨੇ ਰੋਮ ਸ਼ਹਿਰ ਨੂੰ ਆਗ ਲਗਵਾਇਆ ਹੈ ਔਰ ਝੂਠਾ ਇਲਜ਼ਾਮ ਈਸਾਈਆਂ ਦੇ ਉੱਤੇ ਲਗਾਇਆ, ਕਿਹਾ ਕਿ ਸਾਰੇ ਈਸਾਈਆਂ ਨੂੰ ਮਾਰਨਾ ਹੈ ਔਰ ਬਹੁਤ ਸਾਰੇ ਈਸਾਈ ਉਸ ਦਿਨ ਮਰ ਗਿਆ ਹੈ। ਔਰ ਉਸੇ ਦਿਨ, ਉਸੇ ਗਿਣਤੀ ਤੋਂ ਅਸੀਂ ਨਹੀਂ ਜਾਣਦੇ ਹਾਂ, ਉਹਨਾਂ ਸਾਰਿਆਂ ਦੀ ਯਾਦ ਦੇ ਵਿੱਚ ਅੱਜ ਦਾ ਦਿਨ ਰੱਖਿਆ ਗਿਆ ਹੈ। ਅੱਜ ਉਹਨਾਂ ਦੇ ਦਿਨ ਹੈ। ਹੁਣ ਅਸੀਂ ਪਾਕਮਾਸੀ ਕੁਰਬਾਨੀ ਦੇ ਵਿੱਚ ਭਾਗ ਲੈਣ ਲਈ ਇੱਥੇ ਸਾਰੇ ਆਏ ਹਾਂ। ਹੁਣ ਅਸੀਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ। ਜੋ ਗਲਤੀਆਂ ਗੁਨਾਹ ਅਸੀਂ ਕੀਤੇ ਹੈ ਉਹਨਾਂ ਦੇ ਲਈ ਖੁਦਾ ਕੋਲੋਂ ਮਾਫੀ ਮੰਗਾਂਗੇ। बार करना
ए मसीह दया करो, ए प्रभु दया करो, ए प्रभु दया करो। ਅਸੀਂ ਪ੍ਰਾਰਥਨਾ ਕਰੀਏ। हे खुदा, ਤੋ ਰੋਮੀ ਕਲੀਸਿਆ ਦੇ ਪਹਿਲੇ ਪੌਦਿਆਂ ਦਾ ਸ਼ਹੀਦਾਂ ਦੇ ਖੂਨ ਨਾਲ ਪਾਲਣ ਪੋਸ਼ਣ ਕੀਤਾ। ਅਜਿਹੇ ਬਹਾਦਰ ਗਵਾਹਾਂ ਦੀਆਂ ਚਮਕਦੀਆਂ ਮਿਸਾਲਾਂ ਰਾਹੀਂ ਤੂੰ ਸਾਨੂੰ ਆਪਣੇ ਈਮਾਨ ਵਿੱਚ ਪੱਕਿਆ ਕਰ, ਤਾਂ ਜੋ ਅਸੀਂ ਖੁਸ਼ੀ ਨਾਲ ਉਹਨਾਂ ਦੀ ਕੁਰਬਾਨੀ ਦੇ ਫਲ ਨੂੰ ਇਕੱਠਾ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੁਮ ਸਦਾ ਤੀਕਰ ਆਮੀਨ। ਪਾਠ ਪਹਿਲਾ ਉਤਪਤ ਦੇ ਗ੍ਰੰਥ ਵਿੱਚੋਂ, ਉਸ ਦਾ 21 ਬਾਬ 5 ਆਇਤ ਅਤੇ 8 ਤੋਂ 20 ਆਇਤ ਤੱਕ। ਅਬਰਾਹਮ ਆਪਣੇ ਪੁੱਤਰ ਦੇ ਜਨਮ ਸਮੇਂ ਪੂਰੇ 100 ਸਾਲ ਦਾ ਸੀ। ਬਾਲਕ ਵੱਧਦਾ ਗਿਆ ਅਤੇ ਉਸ ਦਾ ਦੁੱਧ ਛੁਡਾਇਆ ਗਿਆ। ਉਸ ਦਾ ਦੁੱਧ ਛੁਡਾਉਣ ਵਾਲੇ ਦਿਨ ਅਬਰਾਹਮ ਨੇ ਇੱਕ ਵੱਡਾ ਭੋਜ ਦਿੱਤਾ। ਇੱਕ ਦਿਨ ਸਾਰਾ ਨੇ ਮਿਸਰੀ ਹਾਜ਼ਰਾ ਦੇ ਪੁੱਤਰ ਨੂੰ ਆਪਣੇ ਪੁੱਤਰ ਇਸਹਾਕ ਨਾਲ ਖੇਲਦੇ ਦੇਖਿਆ। ਤਦ ਸਾਰਾ ਨੇ ਅਬਰਾਹਮ ਨੂੰ ਕਿਹਾ, ਇਸ ਗੁਲਾਮ ਔਰਤ ਅਤੇ ਇਸ ਦੇ ਪੁੱਤਰ ਨੂੰ ਘਰੋਂ ਕੱਢ ਦੇ, ਕਿਉਂਕਿ ਇਸ ਗੁਲਾਮ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਤੇਰੀ ਜਾਇਦਾਦ ਦਾ ਮਾਲਕ ਨਹੀਂ ਬਣ ਸਕਦਾ। ਅਬਰਾਹਮ ਨੂੰ ਇਹ ਸਭ ਬੁਰਾ ਲੱਗਾ, ਕਿਉਂਕਿ ਇਸਮਾਇਲ ਵੀ ਉਸ ਦਾ ਆਪਣਾ ਪੁੱਤਰ ਸੀ। ਪਰ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ, ਤੂੰ ਗੁਲਾਮ ਔਰਤ ਅਤੇ ਉਸ ਦੇ ਪੁੱਤਰ ਦੇ ਕਾਰਨ ਦੁਖੀ ਨਾ ਹੋ, ਸਗੋਂ ਉਹੀ ਕਰ ਜੋ ਸਾਰਾ ਕਹਿੰਦੀ ਹੈ, ਕਿਉਂਕਿ ਤੇਰੇ ਵੰਸ਼ ਦਾ ਨਾਂ ਇਸਹਾਕ ਤੋਂ ਹੀ ਚੱਲੇਗਾ। ਪਰ ਮੈਂ ਗੁਲਾਮ ਔਰਤ ਦੇ ਪੁੱਤਰ ਤੋਂ ਵੀ ਇੱਕ ਵੱਡੀ ਕੌਮ ਪੈਦਾ ਕਰਾਂਗਾ, ਕਿਉਂਕਿ ਉਹ ਵੀ ਤੇਰਾ ਹੀ ਪੁੱਤਰ ਹੈ। ਇਸ ਲਈ ਅਬਰਾਹਮ ਨੇ ਅਗਲੀ ਸਵੇਰ ਹੀ ਕੁਝ ਰੋਟੀ ਅਤੇ ਪਾਣੀ ਦੀ ਮਸ਼ਕ ਲੈ ਕੇ ਹਾਜ਼ਰਾ ਨੂੰ ਦਿੱਤੇ ਅਤੇ ਉਸ ਨੂੰ ਉਸ ਦੇ ਪੁੱਤਰ ਸਮੇਤ ਘੱਲ ਦਿੱਤਾ। ਸੋ ਉਹ ਉਸ ਦੇ ਘਰੋਂ ਚਲੀ ਗਈ ਅਤੇ ਬਏਰਸਬਾ ਦੀ ਉਜਾੜ ਵਿੱਚ ਭਟਕਦੀ ਰਹੀ। ਜਦੋਂ ਮਸ਼ਕ ਦਾ ਪਾਣੀ ਮੁੱਕ ਗਿਆ ਤਾਂ ਉਸਨੇ ਬੱਚੇ ਨੂੰ ਇੱਕ ਝਾੜੀ ਦੇ ਥੱਲੇ ਲਿਟਾ ਦਿੱਤਾ ਅਤੇ ਉਹ ਆਪ ਜਾ ਕੇ ਕੁਝ ਦੂਰੀ 'ਤੇ ਬੈਠ ਗਈ। ਉਹ ਬੋਲੀ, ਮੈਂ ਆਪਣੇ ਬੱਚੇ ਨੂੰ ਮਾਰਦਿਆਂ ਨਹੀਂ ਦੇਖ ਸਕਦੀ ਹਾਂ। ਤਦ ਉਹ ਬੱਚਾ ਉੱਚੀ ਆਵਾਜ਼ ਨਾਲ ਰੋਣ ਲੱਗਾ। ਪਰਮੇਸ਼ਵਰ ਨੇ ਉਸ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਅਤੇ ਉਸ ਦੇ ਇੱਕ ਸਵਰਗਦੂਤ ਨੇ ਸਵਰਗ ਤੋਂ ਪੁਕਾਰ ਕੇ ਹਾਜ਼ਰਾ ਨੂੰ ਕਿਹਾ, ਹਾਜ਼ਰਾ ਡਰ ਨਾ, ਪਰਮੇਸ਼ਵਰ ਨੇ ਤੇਰੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਹੈ। ਤੂੰ ਹੁਣ ਉੱਠ ਅਤੇ ਆਪਣੇ ਬੱਚੇ ਨੂੰ ਗੋਦ ਵਿੱਚ ਲੈ, ਕਿਉਂਕਿ ਮੈਂ ਉਸ ਤੋਂ ਇੱਕ ਬਹੁਤ ਵੱਡੀ ਕੌਮ ਪੈਦਾ ਕਰਾਂਗਾ। ਤਦ ਪਰਮੇਸ਼ਵਰ ਨੇ ਹਾਜ਼ਰਾ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੂੰ ਇੱਕ ਪਾਣੀ ਦਾ ਖੂਹ ਦਿਖਾਈ ਦਿੱਤਾ। ਉਸ ਨੇ ਉਸ ਖੂਹ ਤੋਂ ਆਪਣੀ ਮਸ਼ਕ ਭਰੀ ਅਤੇ ਬੱਚੇ ਨੂੰ ਵੀ ਪਾਣੀ ਪਿਲਾਇਆ। ਪਰਮੇਸ਼ਵਰ ਉਸ ਬੱਚੇ ਦੇ ਨਾਲ ਸੀ। ਉਹ ਵੱਧਦਾ ਫੁੱਲਦਾ ਗਿਆ, ਵੱਡਾ ਹੋ ਕੇ ਉਹ ਇੱਕ ਚੰਗਾ ਤੀਰ ਕਮਾਨ ਚਲਾਉਣ ਵਾਲਾ ਨਿਕਲਿਆ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। आसरा
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਜਦੋਂ ਯਿਸੂ ਦੂਜੇ ਪਾਸੇ ਗਦਰੇਨੀਆਂ ਦੇ ਖੇਤਰ ਵਿੱਚ ਪਹੁੰਚੇ ਤਾਂ ਦੋ ਪੁੱਤ ਚੰਬੜੇ ਕਬਰਾਂ ਵਿੱਚੋਂ ਨਿਕਲ ਕੇ ਉਸ ਦੇ ਵੱਲ ਆਏ। ਉਹ ਇੰਨੇ ਡਰਾਉਣੇ ਸਨ ਕਿ ਕੋਈ ਵੀ ਉਸ ਰਾਹ ਥਾਣੇ ਲੰਘ ਨਹੀਂ ਸੀ ਸਕਦਾ। ਉਹਨਾਂ ਨੇ ਚੀਕਦੇ ਹੋਏ ਕਿਹਾ, ਇਹ ਖੁਦਾ ਦੇ ਪੁੱਤਰ, ਤੁਹਾਨੂੰ ਸਾਡੇ ਕੋਲੋਂ ਕੀ ਲੈਣਾ ਦੇਣਾ ਕਿ ਤੁਸੀਂ ਸਮੇਂ ਤੋਂ ਪਹਿਲਾਂ ਸਾਨੂੰ ਤੰਗੀ ਦੇਣ ਲਈ ਇੱਥੇ ਆਏ ਹੋ। ਉਹਨਾਂ ਤੋਂ ਥੋੜ੍ਹੀ ਦੂਰੀ 'ਤੇ ਬਹੁਤ ਸਾਰੇ ਸੂਰਾਂ ਦਾ ਇੱਕ ਝੁੰਡ ਚੱਲ ਰਿਹਾ ਸੀ। ਪੁੱਤਾਂ ਨੇ ਉਸ ਅੱਗੇ ਬੇਨਤੀ ਕੀਤੀ, ਜੇਕਰ ਤੁਸੀਂ ਸਾਨੂੰ ਕੱਢ ਹੀ ਰਹੇ ਹੋ ਤਾਂ ਸਾਨੂੰ ਸੂਰਾਂ ਦੇ ਝੁੰਡ ਵਿੱਚ ਖਲ ਦਿਓ। ਉਸਨੇ ਉਹਨਾਂ ਨੂੰ ਕਿਹਾ, ਚਲੇ ਜਾਓ। ਇਸ ਲਈ ਉਹ ਨਿਕਲ ਆਏ ਅਤੇ ਸੂਰਾਂ ਵਿੱਚ ਜਾ ਵੜੇ ਅਤੇ ਦੇਖੋ ਸਾਰੇ ਦਾ ਸਾਰਾ ਝੁੰਡ ਦੌੜਾ ਤਿੱਖੀ ਢਲਾਨ ਵਾਲੇ ਕੰਢੇ ਤੋਂ ਸਮੁੰਦਰ ਵਿੱਚ ਜਾ ਡਿੱਗਿਆ ਅਤੇ ਪਾਣੀਆਂ ਵਿੱਚ ਗਰਕ ਹੋ ਗਿਆ। ਸੂਰ ਚਰਾਉਣ ਵਾਲੇ ਭੱਜ ਗਏ ਅਤੇ ਉਹਨਾਂ ਨੇ ਸ਼ਹਿਰ ਵਿੱਚ ਜਾ ਕੇ ਸਭ ਕੁਝ ਦੱਸਿਆ, ਇਹ ਵੀ ਕਿ ਪੁੱਤ ਚੰਬੜਿਆਂ ਦੇ ਨਾਲ ਕੀ ਹੋਇਆ। ਤਦ ਸਾਰਾ ਸ਼ਹਿਰ ਯਿਸੂ ਨੂੰ ਮਿਲਣ ਲਈ ਨਿਕਲ ਆਇਆ ਅਤੇ ਜਦੋਂ ਉਸ ਨੂੰ ਦੇਖ ਲਿਆ ਤਾਂ ਉਹਨਾਂ ਨੇ ਮਿੰਨਤ ਕੀਤੀ ਕਿ ਉਹ ਉਹਨਾਂ ਦੇ ਇਲਾਕੇ ਨੂੰ ਛੱਡ ਜਾਵੇ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਤੇ ਭੈਣੋ, ਪਵਿੱਤਰ ਬਾਈਬਲ ਦੇ ਅੰਜੀਲ ਦੇ ਵਿੱਚ ਹੁਣ ਅਸੀਂ ਜੋ ਪਾਠ ਸੁਣਿਆ ਹੈ, ਪ੍ਰਭੂ ਯਿਸੂ ਨੇ ਇੱਕ ਮਹਾਨ ਚਮਤਕਾਰ ਕੀਤਾ ਹੈ। ਯਿਸੂ ਦੋ ਗਦਰੇਨੀ ਨਿਵਾਸੀਆਂ ਨੂੰ ਚੰਗਾ ਕਰ ਰਿਹਾ ਹੈ। ਉਹਨਾਂ ਨੂੰ ਪੁੱਤ ਚੰਬੜੇ ਹੋਏ ਸਨ ਔਰ ਜਿਸ ਤਰ੍ਹਾਂ ਅੰਜੀਲ ਸਾਨੂੰ ਕਹਿੰਦਾ ਹੈ ਕਿ ਲੋਕੀ ਬਹੁਤ ਡਰਦੇ ਸਨ ਕਿ ਲੋਕੀ ਉਸ ਰਾਹ ਥਾਣੇ ਜਾਂਦੇ ਵੀ ਨਹੀਂ ਸਨ। ਉਹ ਕਬਰਾਂ ਵਿੱਚ ਰਹਿੰਦੇ ਸਨ ਔਰ ਬਹੁਤ ਚੀਕਾਂ ਮਾਰਦੇ ਸਨ। ਮਗਰ ਯਿਸੂ ਸਿੱਧਾ ਉਸ ਦੇ ਕੋਲ ਚਲੇ ਗਿਆ ਔਰ ਪੁੱਤ ਚੰਬੜੇ ਹੋਏ ਲੋਕਾਂ ਨੂੰ ਠੀਕ ਕਰ ਰਿਹਾ ਹੈ ਔਰ ਪੁੱਤ ਨਿਕਲ ਗਏ। ਔਰ ਅਸੀਂ ਇਹ ਵੀ ਦੇਖਿਆ ਹੈ, ਸੁਣਿਆ ਹੈ ਕਿ ਕਿਸ ਤਰ੍ਹਾਂ ਉਹ ਪੁੱਤ ਨਿਕਲ ਗਿਆ ਹੈ। ਪੁੱਤਾਂ ਨੇ ਬੇਨਤੀ ਕੀਤੀ ਕਿ ਸਾਨੂੰ ਸੂਰਾਂ ਵਿੱਚ ਜਾਣ ਦਿਓ ਔਰ ਯਿਸੂ ਨੇ ਆਗਿਆ ਦਿੱਤੀ। ਝੁੰਡ ਦੇ ਵਿੱਚ ਬਹੁਤ ਸਾਰੇ ਸੂਰ ਸਨ। ਉਹ ਸਾਰੇ ਕਿਸ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਏ ਹੈ। ਅਸੀਂ ਬਹੁਤ ਵਾਰ ਇਹ ਸੁਣਿਆ ਹੈ। ਸਾਡੇ ਲਈ ਇਹਦੇ ਵਿੱਚ ਇੱਕ ਖਾਸ ਸਬਕ ਹੈ। ਇਹ ਤਾਂ ਇਹ ਹੈ ਕਿ ਜਿਹੜੇ ਲੋਕੀ ਜੋ ਸੂਰ ਚਰਾਉਣ ਵਾਲੇ ਜਿਹੜੇ ਇਹ ਮਹਾਨ ਚਮਤਕਾਰ ਦੇਖੇ, ਉਹਨਾਂ ਨੇ ਕੀ ਕੀਤਾ ਹੈ। वो ये नहीं देखा है कि दो आदमी ਜਿਹੜੇ ਸਾਰੇ ਲੋਕੀ ਇਹਨਾਂ ਨੂੰ ਡਰਦੇ ਸਨ ਔਰ ਉਹ ਇੰਨੇ ਡਰਾਉਂਦੇ ਸਨ ਕਿ ਉਹ ਸਾਰੇ ਲੋਕੀ ਉੱਥੇ ਜਾਣ ਵੀ ਨਹੀਂ ਸਕਦਾ ਸੀ। ਇਸ ਤਰ੍ਹਾਂ ਦਾ ਇੱਕ ਮਾਹੌਲ ਉੱਥੇ ਸੀ। ਹੁਣ ਉਹ ਸਾਰੇ ਉਹ ਠੀਕ ਹੋ ਗਏ ਨੇ, ਮਗਰ ਉਹ ਲੋਕ ਇਹ ਨਹੀਂ ਦੇਖਤਾ ਹੈ ਕਿ ਜੋ ਆਦਮੀ ਨੂੰ ਕੀ ਹੋ ਗਿਆ ਹੈ। ਉਹ ਸਿਰਫ ਦੇਖਤਾ ਹੈ ਕਿ ਉਹਨਾਂ ਦੇ ਸੂਰਾਂ ਨੂੰ ਕੀ ਹੋ ਗਿਆ ਹੈ। ਤੋ ਜਾ ਕੇ ਸ਼ਹਿਰ ਵਾਲਿਆਂ ਨੂੰ ਕਹਿੰਦਾ ਹੈ ਔਰ ਸ਼ਹਿਰ ਵਾਲੇ ਵੀ ਜੋ ਆ ਗਿਆ ਹੈ ਔਰ ਸ਼ਹਿਰ ਵਾਲੇ ਵੀ ਕੀ ਕਰਦੇ हैं, वो भी देख लिया कि ये भूत चंबड़े हुए आदमी यीशु दे लागे बैठे हैं, वो ठीक हो गए ने
ਖੁਦਾ ਦਾ ਸ਼ੁਕਰ ਕਰਨ ਤੋਂ ਇਲਾਵਾ ਉਹ ਕੀ ਕਰਦੇ ਹੈ, ਉਹ ਵੀ ਦੇਖ ਰਿਹਾ ਹੈ ਕਿ ਸੂਰਾਂ ਦੇ ਜੋ ਨੁਕਸਾਨ ਹੋ ਗਿਆ है, तो कहता है ये तो बहुत बड़ा नुकसान हो गया है करके वो यीशु ने कहता है कि चले जाओ, और भी नुकसान हो जाने वाला है, इसलिए इथों चले जाओ। और यीशु चुपचाप बेड़ी ते बैठ के उथों चले आया है। असी भी इसी तरह देखते हैं दुनिया दे विच, साडे जिंदगी दे विच भी इसी तरह कदी कदी आ जाता है। यीशु चमत्कार करन लई साडे अंदर आउंदा है, और यीशु का जो चमत्कार जदों यीशु करते है, कई चीज़ों को असी छड़ना भी पैंदा है, इसलिए असी तैयार नहीं होंदा है। उसके लिए जदों असी तैयार नहीं होंदा है, कभी इस तरह हो सकता है कि यीशु जदों साडे दिल दे विच आ जाता है और सानू कहता है कि असी ये बुरे काम छड़ना है। अगर ये बुरे काम छड़ेगा तो फिर साढ़े नुकसान होने वाला है। सिर्फ एक छोटी सी मिसाल ले लो, तो असी सारे जानते हाँ कि दुकानदार जो सामान बेचने वाले जे होंदा है, जो असली सामान दे नाल जो नकली भी रखते हैं, और नकली रख के वो असली दे नाल मिला के उन्हें बेच देता है। अगर एक ईसाई दे जिंदगी दे विच जदों उन्होंने इस तरह करते हैं, वो बुराई दे विच फसे हैं, और यीशु उसके जिंदगी दे विच आके कहता है कि ये छड़ दो। तो वो सोचता है कि अगर मैं चर्च जाता है, साक्रामेंट लेना है, तो फिर मैं ये सारे काम छड़ना पैंदा है, तो मैनू नुकसान तो बहुत होना है, मेरा बिजनेस ने अगे नहीं चलेगा, तो फिर मैं की करना है, ये सुनो मैं करना, तो चले जाओ चले जाओ चले जाओ, मैं मेरे लिए तो यही काफ़ी है। यही है असी जदों कहते हैं वो सूरां दे वाले जो हो गया है, उसी तरह असी भी अपने जिंदगी दे विच बहुत बार करते हैं, जदों असी तैयार नहीं होंदे हैं कि यीशु जो सानू कहता है उस तरह करने के लिए, जदों असी तैयार नहीं होंदे हैं, असी भी ये गदरेनी निवासियां बनते हैं। आज अंजिल दी इस सबक न लेके अपने आप को असी परख के देखे किस चीज़ को असी छड़ना चाहिए। यीशु साथों की मंगता है, यीशु नहीं चाहता है उन्हें किस नूं असी छड़ना चाहिए है, तां असी यीशु दे नाल रह सके। आज वही प्रार्थना करिए कि यीशु सानू सुधारना चाहता है, और असी भी यीशु का साथ भी देना भी जरूरी है। बाप अते बेटे अते रूह पाक दे नाम ते आमीन। प्यारे खुदाया
ਭਰਾਓ ਤੇ ਭੈਣੋ प्रार्थना करो ताकि पूरी कुदरत वाला खुदा बाप साड़ी इस कुर्बानी ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਅਸੀਂ ਪ੍ਰਾਰਥਨਾ ਕਰੀਏ। हे प्रभु ਸਾਡੇ ਇਸ ਚੜਾਵੇ ਨੂੰ ਕਬੂਲ ਕਰ, ਬਖਸ਼ ਦੇ ਕਿ ਗੁਨਾਹਾਂ ਦਾ ਕੁਫਾਰਾ ਤਰਨ ਵਾਲੀ ਅਤੇ ਤੇਰੀ ਵਡਿਆਈ ਕਰਨ ਵਾਲੀ ਇਹ ਕੁਰਬਾਨੀ ਸਾਨੂੰ ਸ਼ੁੱਧ ਅਤੇ ਨਵਾਂ ਕਰੇ, ਤਾਂ ਜੋ ਸਾਡਾ ਸਾਰਾ ਜੀਵਨ ਤੇਰੀ ਪਾਕ ਮਰਜ਼ੀ ਲਈ ਪ੍ਰਵਾਨਯੋਗ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਵੋ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। हे प्रभु पवित्र बाप, पूरी कुदरत वाले ते अगाल खुदा, ये सच में सही ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਅਤੇ ਨਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ रूह पाक राही देदार के कुआर तो जन्म लिया, तेरी पाक मर्जी ਨੂੰ पूरी कर दिया, तेरे लिए एक पाक कौम ਨੂੰ हासिल करके उसने अपने बावां पसार के दुख तसीहे झल्ले, ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਰੀ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਇਹ ਗਾਉਂਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। हे प्रभु, तो सचमुच पाक है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਕਿਹਾ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। हे ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ।
ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਤਰ੍ਹਾਂ ਹੀ ਏਕਤਾ ਵਿੱਚ ਬਚੇ ਰਹੀਏ। हे ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪਾਂ ਫਰੈਂਗੋ ਅਤੇ ਐਕਨੈਲੋ ਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। हे ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਨ ਜੋ ਤਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸਨ ਦੇ ਯੂਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ। ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਏ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੇ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਕਿ ਅਸੀਂ ਖੁਦਾ ਨੂੰ ਬਾਪ ਕਹਿ ਕੇ ਪੁਕਾਰੀਏ, ਇਸ ਲਈ ਆਖਣ ਦੀ ਹਿੰਮਤ ਰੱਖਦੇ ਹਾਂ। ਐ ਸਾਡੇ ਬਾਪ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। हे ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਮੁੜ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। हे ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੇ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਤਨ ਹੈ ਜਿਹੜੇ ਇਸ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। ਦੁਆ ਪਾਕ ਸ਼ਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਅਮ, ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ।
ਪਾਕ ਸ਼ਾਕਤ ਲੈਣ ਤੋਂ ਪਿੱਛੋਂ ਸਿਜਦੇ ਦਾਮਲ, ਐ ਇਲਾਹੀ ਯੇਸੂ ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯੇਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਅਤੇ ਮਿੱਟੀ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗੀ। ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਅਸੀਂ ਪ੍ਰਾਰਥਨਾ ਕਰੀਏ। हे ਪ੍ਰਭੂ, ਆਪਣੇ ਬੇਟੇ ਦੇ ਬਦਨ ਅਤੇ ਲਹੂ ਨਾਲ ਤੂੰ ਸਾਨੂੰ ਨਵੀਨ ਕੀਤਾ ਹੈ। ਬਖਸ਼ ਦੇ ਕਿ ਇਨ੍ਹਾਂ ਪਾਕ ਫੈਦਾਂ ਵਿੱਚ ਹਿੱਸਾ ਲੈਣ ਨਾਲ ਸਾਨੂੰ ਨਜਾਤ ਦੀ ਸੰਪੂਰਨਤਾ ਹਾਸਿਲ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ। ਆਮੀਨ। ਜਾਵਾ ਵਿਦਿਆ ਹੈ, ਕੁਰਬਾਨੀ ਚੜਾਈ ਗਈ ਹੈ। ਖੁਦਾ ਖੁਦਾ ਦਾ ਸ਼ੁਕਰ ਹੋਵੇ।